ਵਾਹਿਗੁਰੂ ਸਾਹਿਬ ਜੀ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵਹੁ, ਡੁੱਬਦੇ ਪੱਥਰ ਤਾਰੇ। ਦਇਆ ਕਰੋ ਕਿਛ ਮਿਹਰ ਉਪਾਵਹੁ, ਡੁੱਬਦੇ ਪੱਥਰ ਤਾਰੇ। ਪਰਮ ਸਤਿਕਾਰਯੋਗ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਿਨਾਂ ਦੀ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋ ਵਡਭਾਗੇ ਹਾਂ। ਸਤਿਗੁਰੂ ਜੀ ਦੀ ਮੁਬਾਰਕ ਗੋਦ ਅੰਦਰ ਬੈਠ ਕੇ ਆਪਣੇ ਮਹਾਨ ਵਿਰਸੇ ਨੂੰ ਜਾਣਨ ਦੇ ਲਈ ਇਤਿਹਾਸ ਦੇ ਵਿੱਚੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਨੂੰ ਆਪਾਂ ਵਿਚਾਰ ਰਹੇ ਹਾਂ ਪਿਛਲੇਰੇ ਦਿਨਾਂ ਤੋਂ ਲੈ ਕੇ। ਸੋ ਕੱਲ੍ਹ ਆਪਾਂ ਇਤਿਹਾਸ ਦੀ ਵਿਚਾਰ ਕੀਤੀ ਸੀ। ਬਾਬਾ ਬੰਦਾ ਸਿੰਘ ਬਹਾਦਰ ਛੱਪੜ ਚਿੜੀ ਦੇ ਮੈਦਾਨ ਦੇ ਅੰਦਰ ਵਜੀਦ ਖਾਨ ਨੂੰ ਉਸ ਦੇ ਵੱਲੋਂ ਕੀਤੇ ਹੋਏ ਗੁਨਾਹਾਂ ਦੀ ਸਜ਼ਾ ਦਿੰਦਾ ਹੈ। ਵਜੀਦ ਖਾਨ ਇਸ ਜੰਗ ਦੇ ਵਿੱਚ ਮਾਰਿਆ ਜਾਂਦਾ ਹੈ। ਸੁੱਚਾ ਨੰਦ ਦੌੜ ਕੇ ਸਰਹਿੰਦ ਦੇ ਵਿੱਚ ਲੁਕ ਜਾਂਦਾ ਹੈ। ਬਾਅਦ ਦੇ ਵਿੱਚ ਪਕੜ ਕੇ ਉਸ ਦੇ ਨੱਕ ਦੇ ਵਿੱਚ ਨਕੇਲ ਪਾਈ ਜਾਂਦੀ ਹੈ। ਉਸ ਨੂੰ ਸਰਹਿੰਦ ਦੇ ਵਸਨੀਕਾਂ ਦੇ ਵੱਲੋਂ ਹੀ ਸਜ਼ਾ ਦਿੱਤੀ ਜਾਂਦੀ ਹੈ। ਵਜੀਦ ਖਾਨ ਦਾ ਪੁੱਤਰ ਸਮੁੰਦ ਖਾਨ ਬਹੁਤ ਜ਼ਿਆਦਾ ਧਨ ਦੌਲਤ ਲੈ ਕੇ ਦਿੱਲੀ ਵੱਲ ਦੌੜ ਜਾਂਦਾ ਹੈ। ਸਰਹਿੰਦ ਦੇ ਉੱਪਰ ਫਤਿਹ ਹੁੰਦੀ ਹੈ। ਸੋ ਇਸ ਤਰ੍ਹਾਂ ਦਾ ਇਤਿਹਾਸ ਆਪਾਂ ਕੱਲ੍ਹ ਦੇ ਦੀਵਾਨ ਅੰਦਰ ਵਿਚਾਰਿਆ ਸੀ। ਸਰਹਿੰਦ ਦੇ ਉੱਪਰ ਬਾਬਾ ਬੰਦਾ ਸਿੰਘ ਬਹਾਦਰ ਦੀ ਫਤਿਹ ਹੁੰਦੀ ਹੈ, ਜਿੱਤ ਹੁੰਦੀ ਹੈ। ਇਹ ਇਲਾਕਾ ਸਿੱਖਾਂ ਦੇ ਅਧੀਨ ਹੋ ਜਾਂਦਾ, ਸਿੱਖਾਂ ਦਾ ਰਾਜ ਹੋ ਜਾਂਦਾ ਸਰਹਿੰਦ ਦੇ ਉੱਪਰ। ਸੋ ਅਗਲੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਤਿੰਨਾਂ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੇ ਨਾਲ ਸਾਂਝ ਪਾਈਏ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਸਮੇਂ ਬੰਦਾ ਸਿੰਘ ਬਹਾਦਰ ਦਾ ਰਾਜ ਸਰਹਿੰਦ ਦੇ ਉੱਪਰ ਹੋ ਜਾਂਦਾ ਹੈ, ਜੇਕਰ ਆਪਾਂ ਇਤਿਹਾਸ ਨੂੰ ਪੜ੍ਹੀਏ ਤਾਂ ਉਸ ਸਮੇਂ ਜੋ ਤਾਰੀਖ ਹੈ ਇਤਿਹਾਸ ਦੀ, ਉਹ 7 ਮਈ 1710 ਈਸਵੀ ਹੈ। 7 ਮਈ 1710 ਈਸਵੀ ਨੂੰ ਸਰਹਿੰਦ ਦੇ ਉੱਪਰ ਬੰਦਾ ਸਿੰਘ ਬਹਾਦਰ ਦਾ ਰਾਜ ਹੋ ਜਾਂਦਾ ਹੈ। ਇਸ ਇਲਾਕੇ ਨੂੰ ਜਿੱਤਣ ਤੋਂ ਬਾਅਦ ਬੰਦਾ ਸਿੰਘ ਬਹਾਦਰ ਭਾਈ ਬਾਜ ਸਿੰਘ ਬਘੇਸਰੀ ਅਤੇ ਭਾਈ ਮਾਲੀ ਸਿੰਘ, ਇਹ ਭਾਈ ਮਾਲੀ ਸਿੰਘ ਉਹੀ ਹੈ ਜਿਹੜਾ ਵਜੀਦ ਖਾਨ ਦੀ ਜੇਲ੍ਹ ਦੇ ਵਿੱਚੋਂ ਦੌੜ ਕੇ ਗਏ ਸਨ, ਸੁਰੰਗ ਪੁੱਟ ਕੇ। ਆਲੀ ਸਿੰਘ ਤੇ ਮਾਲੀ ਸਿੰਘ ਜੋ ਬੰਦਾ ਸਿੰਘ ਬਹਾਦਰ ਦੇ ਨਾਲ ਜਾ ਕੇ ਰਲੇ ਹੈ। ਇਹਨਾਂ ਗੁਰਸਿੱਖਾਂ ਦੇ ਵਿੱਚੋਂ ਭਾਈ ਮਾਲੀ ਸਿੰਘ ਨੂੰ ਅਤੇ ਇੱਕ ਬਾਜ ਸਿੰਘ ਬਘੇਸਰੀ ਜੋ 5 ਸਿੱਖ ਨਾਂਦੇੜ ਤੋਂ ਨਾਲ ਆਏ ਨੇ, ਉਹਨਾਂ ਦੇ ਵਿੱਚੋਂ ਇੱਕ ਹੈ। ਇਹਨਾਂ ਨੂੰ ਇੱਥੋਂ ਦੇ ਮੁਖੀ ਬਣਾ ਦਿੱਤਾ ਜਾਂਦਾ। ਜੋ ਮੁਖਲਿਸ ਖਾਂ ਦੇ ਨਾਮ ਤੇ ਬਣਿਆ ਹੋਇਆ ਕਿਲ੍ਹਾ ਹੈਗਾ ਮੁਖਲਿਸਗੜ੍ਹ,
ਉਸ ਨੂੰ ਵੀ ਬੰਦਾ ਸਿੰਘ ਬਹਾਦਰ ਨੇ ਜਿੱਤਿਆ ਹੋਇਆ। ਉਹਦਾ ਨਾਮ ਬਦਲ ਕੇ ਲੋਹਗੜ੍ਹ ਰੱਖ ਦਿੱਤਾ ਜਾਂਦਾ ਤੇ ਉਸ ਨੂੰ ਰਾਜਧਾਨੀ ਬਣਾਇਆ ਜਾਂਦਾ। ਇਹ ਆਪਾਂ ਵਿਚਾਰ ਚੁੱਕੇ ਹਾਂ। ਇੱਥੇ ਹੀ ਕੁਝ ਘਟਨਾਵਾਂ ਘਟਦੀਆਂ ਸਰਹਿੰਦ ਦੇ ਵਿੱਚ। ਬੰਦਾ ਸਿੰਘ ਬਹਾਦਰ ਇੱਥੋਂ ਹੀ ਸਿੱਖ ਰਾਜ ਦੀ ਪਹਿਲੀ ਕਰੰਸੀ ਹੈ ਜਿਹੜੀ ਉਹ ਤਿਆਰ ਕੀਤੀ ਜਾਂਦੀ ਹੈ, ਸਿੱਕਾ ਬਣਾਇਆ ਜਾਂਦਾ। ਕਰੰਸੀ ਜੋ ਸਿੱਖ ਰਾਜ ਦੀ ਪਹਿਲੀ ਕਰੰਸੀ ਹੈ, ਪਹਿਲਾ ਸਿੱਖ ਰਾਜ ਹੋਇਆ ਪੰਜਾਬ ਦੇ ਵਿੱਚ ਤੇ ਉਹਦੀ ਕਰੰਸੀ ਬਣਾਈ ਜਾਂਦੀ ਹੈ, ਉਹ ਬੰਦਾ ਸਿੰਘ ਬਹਾਦਰ ਇੱਥੇ ਬਣਾਉਂਦਾ। ਤੇ ਇੱਕ ਮੋਹਰ ਬਣਾਈ ਜਾਂਦੀ ਹੈ ਜਿਹੜੀ ਸਰਕਾਰੀ ਕਾਗਜ਼ਾਂ ਦੇ ਉੱਪਰ ਲੱਗਣੀ ਹੈ। ਉਸ ਮੋਹਰ ਦੇ ਉੱਪਰ ਵੀ ਬੰਦਾ ਸਿੰਘ ਬਹਾਦਰ ਕਿਤੇ ਵੀ ਆਪਣਾ ਨਾਮ ਨਹੀਂ ਲਿਖਵਾਉਂਦਾ ਜਾਂ ਕਿਸੇ ਸਿੱਕੇ ਦੇ ਉੱਪਰ। ਅਸਲ ਦੇ ਵਿੱਚ ਉਹ ਗੁਰੂ ਸਾਹਿਬਾਨ ਦੀ ਬਖਸ਼ਿਸ਼ ਹੀ ਸਮਝਦਾ ਵੀ ਇਹ ਗੁਰੂ ਜੀ ਦੀ ਬਖਸ਼ਿਸ਼ ਹੈ, ਗੁਰੂ ਜੀ ਦੀਆਂ ਦਾਤਾਂ ਹਨ, ਮੈਂ ਕੌਣ ਹੁੰਨਾ ਹਾਂ। ਇੱਕ ਮੋਹਰ ਤਿਆਰ ਕੀਤੀ ਜਾਂਦੀ ਹੈ, ਉਸ ਦੇ ਉੱਪਰ ਲਿਖਿਆ ਜਾਂਦਾ ਦੇਗੋ ਤੇਗੋ ਫਤਿਹ ਨੁਸਰਤ ਬੇਦ ਰੰਗ ਯਾਦਵ ਅਫ ਨਾਨਕ ਗੁਰੂ ਗੋਬਿੰਦ ਸਿੰਘ। ਇਸੇ ਸਮੇਂ ਦੇ ਦੌਰਾਨ ਹੀ ਬੰਦਾ ਸਿੰਘ ਬਹਾਦਰ ਦਾ ਵਿਆਹ ਹੁੰਦਾ ਸਰਹਿੰਦ ਦੇ ਵਿੱਚ ਹੀ। ਇਹ ਘਟਨਾ ਵੀ ਇਸੇ 1710 ਈਸਵੀ ਦੀ ਹੈ। ਸ਼ਿਵ ਰਾਮ ਕਪੂਰ ਜੋ ਸਿਆਲਕੋਟ ਦਾ ਰਹਿਣ ਵਾਲਾ ਹੈ, ਉਸ ਦੇ ਘਰ ਵਾਲੀ ਹੈ ਭਗਵੰਤੀ। ਇਹ ਭਗਵੰਤੀ ਜਿਹੜੀ ਔਰਤ ਹੈ ਨਾ, ਸ਼ਿਵ ਰਾਮ ਕਪੂਰ ਦੇ ਘਰ ਵਾਲੀ, ਇਹਨਾਂ ਦਾ ਪਰਿਵਾਰ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਪਹਿਲਾਂ ਤੋਂ ਹੀ, ਸਿੱਖ ਪਰਿਵਾਰ ਹੈ। ਇਸੇ ਭਗਵੰਤੀ ਦਾ ਇੱਕ ਭਤੀਜਾ ਹੈਗਾ, ਇਹ ਰਿਸ਼ਤੇਦਾਰੀ ਵਿੱਚ ਭੂਆ ਲੱਗਦੀ ਹੈ, ਹਕੀਕਤ ਸਿੰਘ, ਹਕੀਕਤ ਰਾਏ ਵੀ ਲਿਖਿਆ ਹੋਇਆ, ਜਿਹੜਾ 1734 ਦੇ ਵਿੱਚ ਸ਼ਹੀਦ ਹੋਵੇਗਾ ਅੱਗੇ ਜਾ ਕੇ। ਸ਼ਿਵ ਰਾਮ ਕਪੂਰ ਦੇ ਘਰ ਵਾਲੀ ਹੈ ਭਗਵੰਤੀ। ਭਗਵੰਤੀ ਦਾ ਪਰਿਵਾਰ ਗੁਰਸਿੱਖੀ ਦੇ ਨਾਲ ਜੁੜਿਆ ਹੋਇਆ ਹੈ ਅਤੇ ਇਸ ਭਗਵੰਤੀ ਦਾ ਭਤੀਜਾ ਹਕੀਕਤ ਸਿੰਘ 1734 ਦੇ ਵਿੱਚ ਸ਼ਹੀਦ ਹੋਵੇਗਾ। ਇਹ ਸ਼ਿਵ ਰਾਮ ਕਪੂਰ ਤੇ ਭਗਵੰਤੀ ਦੇ ਘਰ ਦੇ ਵਿੱਚ ਇੱਕ ਲੜਕੀ ਹੈ ਸਾਹਿਬ ਕੌਰ। ਇਸ ਦਾ ਵਿਆਹ ਹੈ ਜਿਹੜਾ ਬੰਦਾ ਸਿੰਘ ਬਹਾਦਰ ਦੇ ਨਾਲ ਹੁੰਦਾ ਹੈ। ਇੱਕ ਦੂਸਰਾ ਵਿਆਹ ਹੋਵੇਗਾ ਬੰਦਾ ਸਿੰਘ ਬਹਾਦਰ ਦਾ, ਦੋ ਵਿਆਹ ਸਨ। ਉਹ ਜੋ ਚੰਬੇ ਦਾ ਰਾਜਾ ਹੈ ਉਸ ਦੀ ਲੜਕੀ ਹੈ ਸੁਸ਼ੀਲ ਕੌਰ, ਉਸ ਦੇ ਨਾਲ ਹੋਵੇਗਾ ਅੱਗੇ ਜਾ ਕੇ। ਉਸ ਦੀ ਕੁੱਖ ਤੋਂ ਹੀ ਪੈਦਾ ਹੋਵੇਗਾ ਅਜੇ ਸਿੰਘ, ਜਿਸ ਨੂੰ ਸ਼ਹੀਦ ਕੀਤਾ ਗਿਆ ਸੀ। ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਜਿਹੜੇ ਬੱਚੇ ਦਾ ਕਲੇਜਾ ਕੱਢ ਕੇ ਮੂੰਹ ਦੇ ਵਿੱਚ ਪਾਇਆ ਗਿਆ, ਉਹ ਜੋ ਦੂਸਰਾ ਵਿਆਹ ਹੋਇਆ ਹੈ, ਉਸ ਵਿਆਹ ਦਾ ਉਹ ਬੱਚਾ ਹੋਵੇਗਾ 4 ਸਾਲ ਦਾ ਅਜੇ ਸਿੰਘ। ਉਹ ਅੱਗੇ ਜਾ ਕੇ ਵਿਆਹ ਹੋਣਾ ਹੈ ਜੀ। ਪਹਿਲਾ ਵਿਆਹ ਹੁੰਦਾ ਹੈ ਸ਼ਿਵ ਰਾਮ ਕਪੂਰ ਦੀ ਲੜਕੀ ਸਾਹਿਬ ਕੌਰ ਦੇ ਨਾਲ। ਇਹਨਾਂ ਦੇ ਕੁੱਖ ਤੋਂ ਵੀ ਇੱਕ ਬੱਚਾ ਪੈਦਾ ਹੁੰਦਾ ਰਣਜੀਤ ਸਿੰਘ। ਇਤਿਹਾਸ ਦੇ ਵਿੱਚ ਇੰਨਾ ਕੁ ਜ਼ਿਕਰ ਆਉਂਦਾ ਵੀ ਇਹ ਜਿਹੜੀ ਪੀੜ੍ਹੀ ਹੈ ਫਿਰ 4 ਪੀੜ੍ਹੀਆਂ ਤੱਕ ਚੱਲਦੀ ਰਹੀ ਹੈ। ਰਣਜੀਤ ਸਿੰਘ ਦੀ ਪੀੜ੍ਹੀ ਹੈ ਜਿਹੜੀ ਅੱਗੇ, ਤੇ ਅੱਗੇ ਜਾ ਕੇ ਜਦੋਂ 4 ਭਰਾ ਹੁੰਦੇ ਆ, ਉਹ 4ਾਂ ਦੀ ਕੋਈ ਔਲਾਦ ਨਹੀਂ ਹੁੰਦੀ। ਚੌਥੀ ਪੀੜ੍ਹੀ ਦੇ ਵਿੱਚ ਜਾ ਕੇ ਕੋਈ ਔਲਾਦ ਨਹੀਂ ਹੁੰਦੀ, 4 ਭਰਾ ਹੁੰਦੇ ਆ, ਫਿਰ ਉੱਥੇ ਸਮਾਪਤ ਹੈ ਰਣਜੀਤ ਸਿੰਘ ਦੀ ਪੀੜ੍ਹੀ। ਬੰਦਾ ਸਿੰਘ ਬਹਾਦਰ ਦੀ ਕੋਈ ਪੀੜ੍ਹੀ ਨਹੀਂ ਚੱਲਦੀ ਵੀ ਜੇ ਆਪਾਂ ਕਹੀਏ ਵੀ ਉਹਨਾਂ ਦੇ ਪਰਿਵਾਰ 'ਚੋਂ ਅੱਗੇ ਕੋਈ ਅੱਜ ਵੀ ਹੋਵੇ, ਨਾ ਕੋਈ ਨਹੀਂ ਹੈ, ਪੀੜ੍ਹੀ ਖਤਮ ਹੋ ਗਈ। ਸੋ ਖੈਰ ਇੱਥੇ ਹੀ ਵਿਆਹ ਹੁੰਦਾ ਹੈਗਾ ਬੰਦਾ ਸਿੰਘ ਬਹਾਦਰ ਦਾ ਸਾਹਿਬ ਕੌਰ ਦੇ ਨਾਲ। ਇੱਥੇ ਹੋਰ ਵੀ ਕਈ ਘਟਨਾਵਾਂ ਘਟਦੀਆਂ ਹਨ। ਜੇਕਰ ਵੇਖਿਆ ਜਾਵੇ, ਇੱਕ ਬੰਦਾ ਸਿੰਘ ਬਹਾਦਰ ਦੇ ਨਾਲ ਨਾ ਬਹੁਤ ਹੀ ਬੁਰੀ ਗੱਲ ਜੋੜੀ ਗਈ ਹੈ ਇਤਿਹਾਸ ਦੇ ਵਿੱਚ। ਬੰਦਾ ਸਿੰਘ ਬਹਾਦਰ ਦੇ ਅਕਸ਼ ਨੂੰ ਖਰਾਬ ਕੀਤਾ ਗਿਆ। ਉਹ ਇਸ ਤਰ੍ਹਾਂ ਕੀਤਾ ਗਿਆ ਵੀ ਬੰਦਾ ਸਿੰਘ ਬਹਾਦਰ ਕਹਿੰਦੇ ਇੰਨਾ ਦਰਿੰਦਗੀ ਭਰਿਆ ਬੰਦਾ ਸੀ
ਵੀ ਉਹਨੇ ਜਦੋਂ ਸਿੱਖ ਰਾਜ ਕਾਇਮ ਕੀਤਾ ਨੇ ਤੇ ਉਸਨੇ ਮੁਸਲਮਾਨਾਂ ਦੀਆਂ ਕਬਰਾਂ ਵੀ ਪਟਵਾ ਦਿੱਤੀਆਂ। ਉਹਨਾਂ ਦੀਆਂ ਜੋ ਹੱਡੀਆਂ ਹੁੰਦੀਆਂ ਕਬਰਾਂ ਦੇ ਵਿੱਚੋਂ ਬਾਹਰ ਕੱਢ ਕੇ ਉਹਨਾਂ ਦੀ ਬੇਅਦਬੀ ਕੀਤੀ ਗਈ, ਉਹਨਾਂ ਨੂੰ ਖਿਲਾਰ ਦਿੱਤਾ ਗਿਆ। ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹ ਇੱਕ ਮੁਸਲਮਾਨ ਰਾਈਟਰ ਹੋਇਆ ਕਾਫੀ ਖਾਨ, ਉਸਨੇ ਲਿਖੀਆਂ ਨੇ ਆਪਣੀ ਕਿਤਾਬ ਦੇ ਵਿੱਚ। ਇੱਕ ਮੈਂ ਰੁਕ ਕੇ ਬੇਨਤੀ ਕਰ ਦਵਾਂ, ਜਿਹੜੀ ਕੌਮ ਜਿੱਤ ਜਾਂਦੀ ਹੈ ਨਾ, ਉਹ ਕੌਮ ਆਪਣਾ ਇਤਿਹਾਸ ਲਿਖਵਾਇਆ ਕਰਦੀ ਹੈ। ਜਿਹੜੀਆਂ ਕੌਮਾਂ ਹਾਰ ਜਾਂਦੀਆਂ ਨੇ ਉਹ ਕਦੇ ਆਪਣਾ ਇਤਿਹਾਸ ਨਹੀਂ ਲਿਖਵਾਉਂਦੀਆਂ। ਜਦੋਂ ਜਿੱਤੀ ਹੋਈ ਕੌਮ ਇਤਿਹਾਸ ਲਿਖਵਾਉਂਦੀ ਹੈ ਨਾ, ਤੇ ਉਹ ਕਦੇ ਵੀ ਆਪਣੇ ਅਵਗੁਣ ਪ੍ਰਗਟ ਨਹੀਂ ਕਰਦੀ, ਇਤਿਹਾਸ ਦੇ ਵਿੱਚ ਆਪਣੀਆਂ ਗਲਤੀਆਂ ਨਹੀਂ ਲਿਖਦੀ, ਆਪਣੀਆਂ ਬਹਾਦਰੀਆਂ ਲਿਖਦੀ ਹੈ। ਤੇ ਹਾਰੀਆਂ ਹੋਈਆਂ ਕੌਮਾਂ ਦੇ ਬਾਰੇ ਜੋ ਉਹਨਾਂ ਵੱਲੋਂ ਗਲਤੀਆਂ ਕੀਤੀਆਂ ਗਈਆਂ ਜਾਂ ਉਹਨਾਂ ਦੇ ਬਾਰੇ ਵੈਸੇ ਹੀ ਗਲਤ ਲਿਖਿਆ ਜਾਂਦਾ। ਤੇ ਜਿਹੜੀਆਂ ਕੌਮਾਂ ਇਸ ਧਰਤੀ ਤੇ ਜਿਉਣਾ ਚਾਹੁੰਦੀਆਂ ਹਨ, ਉਹਨਾਂ ਦੇ ਲਈ ਜ਼ਰੂਰੀ ਹੈ ਵੀ ਉਹ ਕਿਰਪਾਨ ਦੀ ਵਰਤੋਂ ਵੀ ਕਰਨ ਤੇ ਕਲਮ ਦੀ ਵਰਤੋਂ ਵੀ ਕਰਨ। ਕਲਮ ਅਤੇ ਕਿਰਪਾਨ ਹੀ ਕੌਮ ਨੂੰ ਜਿੰਦਾ ਰੱਖ ਸਕਦੀ ਹੈ। ਪਰ ਸਾਡੀ ਕੌਮ ਦਾ ਇਹ ਦੁਖਾਂਤ ਰਿਹਾ ਵੀ ਅਸੀਂ ਜੰਗਾਂ ਜਿੱਤੀਆਂ ਵੀ, ਪਰ ਅਸੀਂ ਕਲਮ ਨਹੀਂ ਚਲਾਈ, ਇਤਿਹਾਸ ਨਹੀਂ ਲਿਖਿਆ। ਅਸੀਂ ਆਪ ਖੁਦ ਆਪਣਾ ਇਤਿਹਾਸ ਹੀ ਨਹੀਂ ਲਿਖਿਆ, ਨਾਲੇ ਜਿੱਤਿਆ ਅਸੀਂ, ਜੰਗਾਂ ਹਾਰੀਆਂ ਨਹੀਂ। ਸਾਡਾ ਇਤਿਹਾਸ ਲਿਖਿਆ ਗੈਰਾਂ ਨੇ, ਜਿਹੜੇ ਹਾਰੇ ਹੋਏ ਲੋਕ ਸੀ ਉਹਨਾਂ ਨੇ ਸਾਡਾ ਇਤਿਹਾਸ ਲਿਖਿਆ। ਤੇ ਜਦੋਂ ਉਹਨਾਂ ਨੇ ਇਤਿਹਾਸ ਲਿਖਿਆ ਤੇ ਉਹ ਆਪਣੇ ਸੋਚ ਮੁਤਾਬਕ ਇਤਿਹਾਸ ਲਿਖਣਗੇ। ਤੇ ਉਹਨਾਂ ਨੇ ਜਦੋਂ ਇਤਿਹਾਸ ਲਿਖਿਆ, ਉਹਨਾਂ ਨੇ ਇਸੇ ਤਰ੍ਹਾਂ ਦੀਆਂ ਜੋ ਨੈਗੇਟਿਵ ਗੱਲਾਂ ਨੇ, ਜਿਹੜੀਆਂ ਗਲਤ ਹਨ, ਉਹ ਇਤਿਹਾਸ ਵਿੱਚ ਅੰਕਿਤ ਕਰ ਦਿੱਤੀਆਂ। ਬੰਦਾ ਸਿੰਘ ਬਹਾਦਰ ਦੇ ਬਾਰੇ ਕਾਫੀ ਖਾਨ ਨੇ ਆਪਣੇ ਇਤਿਹਾਸ ਦੇ ਵਿੱਚ ਇਹ ਲਿਖਿਆ ਹੈ ਵੀ ਬੰਦਾ ਸਿੰਘ ਬਹਾਦਰ ਬਹੁਤ ਦਰਿੰਦਗੀ ਭਰਿਆ ਕਰੂਰ ਵਿਅਕਤੀ ਸੀਗਾ। ਤਰਸ ਨਾਮ ਦੀ ਕੋਈ ਚੀਜ਼ ਨਹੀਂ ਸੀ ਉਹਦੇ ਜੀਵਨ ਦੇ ਵਿੱਚ। ਹੁਣ ਇਹ ਗੈਰ ਨੇ ਇਤਿਹਾਸ ਲਿਖਿਆ, ਇਸ ਕਰਕੇ ਉਹਨੇ ਗੱਲ ਲਿਖੀ ਹੈ। ਅਸੀਂ ਇਤਿਹਾਸ ਲਿਖਿਆ ਹੁੰਦਾ, ਅਸੀਂ ਹੋਰ ਪੱਖ ਤੋਂ ਇਤਿਹਾਸ ਲਿਖਣਾ ਸੀ। ਤੇ ਅਸੀਂ ਇਤਿਹਾਸ ਦੇ ਵਿੱਚ ਜੇਕਰ ਪੜ੍ਹ ਕੇ ਵੇਖਿਆ ਜਾਵੇ, ਸਾਡੀ ਕੌਮ ਨੇ ਕਿਰਪਾਨ ਬਹੁਤ ਚਲਾਈ ਹੈ, ਬਹੁਤ ਤੇਗਾਂ ਦੇ ਨਾਲ ਮੱਲਾਂ ਮਾਰੀਆਂ। ਮਹਾਰਾਜਾ ਰਣਜੀਤ ਸਿੰਘ ਦੇ ਅਖੀਰ ਤੱਕ ਇਤਿਹਾਸ ਦੇ ਵਿੱਚ ਅਸੀਂ ਹੋਰ ਕੁਝ ਕੀਤੀ ਨਹੀਂ ਗਾ ਜੰਗਾਂ ਤੋਂ ਬਗੈਰ। ਇਤਿਹਾਸ ਆਪਾਂ ਵਿਚਾਰ ਰਹੇ ਹਾਂ। ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਜੀਵਨ ਹੈ ਉਹ ਜੰਗਾਂ ਦੇ ਵਿੱਚ ਲੰਘ ਗਿਆ, 14 ਜੰਗਾਂ ਕੀਤੀਆਂ। ਬੰਦਾ ਸਿੰਘ ਬਹਾਦਰ ਦਾ ਜਿੰਨਾ ਜੀਵਨ ਹੈ ਸਾਰਾ ਜੰਗਾਂ ਦੇ ਵਿੱਚ ਗੁਜ਼ਰਿਆ, ਜੰਗਾਂ ਹੀ ਕੀਤੀਆਂ, ਇਲਾਕੇ ਜਿੱਤੇ ਹੈ। ਹੁਣ ਅੱਗੇ ਚੱਲ ਕੇ ਆਪਾਂ ਇਤਿਹਾਸ ਨੂੰ ਵਿਚਾਰਾਂਗੇ, ਇਹੀ ਕੁਝ ਹੋਣਾ ਹੈਗਾ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੀ ਪੈਦਾ ਹੋ ਜਾਵੇਗਾ, ਫਿਰ ਵੀ ਅਸੀਂ ਇਲਾਕੇ ਜਿੱਤਣ ਵੱਲ ਹੀ ਲੱਗੇ ਰਹੇ ਹਾਂ, ਮਸਰੂਫ ਕਾਬਲ ਕੰਧਾਰ ਤੱਕ ਉਧਰ ਨੂੰ ਤੁਰੇ ਹੋਏ ਹਾਂ। ਪਰ ਕਲਮ ਨਹੀਂ ਚਲਾਈ, ਇਤਿਹਾਸ ਨਹੀਂ ਲਿਖਵਾਇਆ ਕਿਸੇ ਰਾਈਟਰ ਤੋਂ ਵੀ ਸਾਡਾ ਇਤਿਹਾਸ ਵੀ ਲਿਖ ਦਿਓ ਨਾਲ ਨਾਲ। ਆਪਣੇ ਕੋਈ ਕਵੀ ਲਾ ਕੇ, ਕੋਈ ਲੇਖਕ, ਕੋਈ ਇਤਿਹਾਸਕਾਰ, ਨਾ, ਬਿਲਕੁਲ ਹੀ ਨਹੀਂ। ਕਲਮ ਚਲਾਉਣ ਪੱਖ ਤੋਂ ਅਸੀਂ ਅਵੇਸਲੇ ਰਹਿ ਗਏ ਹਾਂ, ਬਿਲਕੁਲ ਨਹੀਂ ਚਲਾਈ। ਕਲਮ ਦੀ ਵਰਤੋਂ ਬਹੁਤ ਘੱਟ ਕੀਤੀ ਹੈ, ਕਿਰਪਾਨ ਦੀ ਜ਼ਿਆਦਾ, ਜਦ ਕਿ ਦੋਵਾਂ ਦਾ ਬੈਲੈਂਸ ਹੋਣਾ ਚਾਹੀਦਾ। ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਕਲਮ ਦੀ ਵਰਤੋਂ ਕੀਤੀ ਹੈ। ਜਿੱਥੇ ਉਹ ਇੱਕ ਤਲਵਾਰ ਦੇ ਧਨੀ ਸਨ ਨਾ, 14 ਜੰਗਾਂ ਕੀਤੀਆਂ, ਉੱਥੇ ਗੁਰੂ ਗੋਬਿੰਦ ਸਿੰਘ ਜੀ ਨੇ 52 ਕਵੀ ਵੀ ਰੱਖੇ ਹੋਏ ਆ ਨਾਲ, ਜੋ ਕਲਮ ਦੇ ਧਨੀ ਹੈ। ਆਪ ਖੁਦ ਗੁਰੂ ਗੋਬਿੰਦ ਸਿੰਘ ਜੀ ਕਲਮ ਦੇ ਮਾਹਰ ਸਨ, ਰਚਨਾਵਾਂ ਲਿਖੀਆਂ, ਜ਼ਫਰਨਾਮਾ ਲਿਖਿਆ, ਹੋਰ ਬਹੁਤ ਕੁਝ ਲਿਖਿਆ ਜੋ ਅਸੀਂ ਪੜ੍ਹਦੇ ਹਾਂ, ਸੁਣਦੇ ਹਾਂ। ਕਾਫੀ ਖਾਨ ਨੇ ਇਸ ਤਰ੍ਹਾਂ ਲਿਖ ਦਿੱਤਾ ਵੀ ਬੰਦਾ ਸਿੰਘ ਬਹਾਦਰ ਨੇ ਇੰਨੀ ਜ਼ਿਆਦਾ ਕਰੂਰਤਾ ਵਿਖਾਈ ਹੈ ਮੁਸਲਮਾਨ ਦੇ ਪ੍ਰਤੀ ਵੀ ਉਹਨਾਂ ਦੀਆਂ ਕਬਰਾਂ ਵੀ ਪੁੱਟੀਆਂ ਗਈਆਂ। ਇਸ ਤਰ੍ਹਾਂ ਲਿਖ ਦਿੱਤਾ ਗਿਆ ਇਤਿਹਾਸ ਦੇ ਵਿੱਚ।
ਪਰ ਬੰਦਾ ਸਿੰਘ ਬਹਾਦਰ ਨੂੰ ਇੱਕ ਘਟਨਾ ਬਾਰੇ ਪਤਾ ਚੱਲਦਾ ਹੈ ਜੋ ਮਲੇਰਕੋਟਲੇ ਦੇ ਵਿੱਚ ਘਟੀ ਹੋਈ ਹੈ। ਹੁਣ ਬੰਦਾ ਸਿੰਘ ਬਹਾਦਰ ਸਰਹਿੰਦ ਦੇ ਵਿੱਚ ਹੈ, ਮਲੇਰਕੋਟਲੇ ਵਿੱਚ ਇੱਕ ਘਟਨਾ ਘਟੀ ਹੈ ਪਹਿਲਾਂ ਦੀ। ਕਦੋਂ ਦੀ? ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਰਸਾ ਨਦੀ ਦੇ ਕਿਨਾਰੇ 'ਤੇ ਵਿਛੋੜਾ ਪੈਂਦਾ, ਉਸ ਸਮੇਂ ਦੀ ਘਟਨਾ। ਸ਼ੇਰ ਮੁਹੰਮਦ ਖਾਨ, ਜਿਸ ਦਾ ਆਪਾਂ ਜ਼ਿਕਰ ਕਰਕੇ ਆਏ ਹਾਂ ਕੱਲ੍ਹ ਵੀ, ਇਹ ਸਰਸਾ ਨਦੀ ਦੇ ਕਿਨਾਰੇ 'ਤੇ ਸੀ ਉਸ ਸਮੇਂ। ਗੁਰੂ ਗੋਬਿੰਦ ਸਿੰਘ ਜੀ ਦੇ ਵਿਰੋਧ ਦੇ ਵਿੱਚ ਇਹ ਵੀ ਗਿਆ ਹੋਇਆ ਸੀ ਨਾ। ਉੱਥੇ ਜਦੋਂ ਵਿਛੋੜਾ ਪਿਆ ਨਾ, ਉੱਥੇ ਇੱਕ ਸਿੱਖ ਲੜਕੀ ਅਨੂਪ ਕੌਰ, ਉਸਨੂੰ ਇਸਨੇ ਬੰਦੀ ਬਣਾ ਲਿਆ। ਬੰਦੀ ਬਣਾ ਕੇ ਮਲੇਰਕੋਟਲੇ ਲਿਆਂਦਾ ਆਪਣੇ ਮਹਿਲਾਂ ਦੇ ਵਿੱਚ। ਉੱਥੇ ਉਸਨੂੰ ਤਸੀਹੇ ਦਿੱਤੇ ਗਏ। ਇਹਦੇ ਮਨ ਦੀ ਮਨਸਾ ਇਹ ਸੀ ਵੀ ਮੈਂ ਇਸ ਸਿੱਖ ਲੜਕੀ ਦੇ ਨਾਲ ਨਿਕਾਹ ਕਰਵਾਉਣਾ। ਉਸ ਦੀ ਮੈਲੀ ਸੋਚ ਉਸ ਲੜਕੀ ਦੇ ਪ੍ਰਤੀ ਵੀ ਮੈਂ ਇਸ ਦੇ ਨਾਲ ਨਿਕਾਹ ਕਰਵਾਉਣਾ, ਤੇ ਇਸ ਦੇ ਲਈ ਉਸ ਨੂੰ ਬੰਦੀ ਬਣਾ ਕੇ ਤੰਗ ਪਰੇਸ਼ਾਨ ਵੀ ਕੀਤਾ ਗਿਆ, ਉਸ ਨੂੰ ਡਰਾਇਆ ਗਿਆ, ਧਮਕਾਇਆ ਗਿਆ। ਆਖਰ ਉਹ ਜੋ ਸਿੱਖ ਲੜਕੀ ਹੈ, ਗੁਰੂ ਦੀ ਬਾਣੀ ਪੜ੍ਹਨ ਵਾਲੀ ਹੈ, 5 ਕਕਾਰਾਂ ਦੀ ਧਾਰਨੀ ਹੈ, ਜੱਤ ਸੱਤ ਦੇ ਵਿੱਚ ਪੱਕੀ ਹੈ, ਉਹ ਸ਼ੇਰ ਮੁਹੰਮਦ ਖਾਨ ਦੇ ਨਾਲ ਕਿਵੇਂ ਨਿਕਾਹ ਕਰਵਾ ਸਕਦੀ ਹੈ? ਨਹੀਂ ਕਰਵਾ ਸਕਦੀ। ਆਖਰ ਸ਼ੇਰ ਮੁਹੰਮਦ ਖਾਨ ਨੇ ਉਸ ਨੂੰ 1 ਰਾਤ ਦਾ ਵਕਤ ਦੇ ਦਿੱਤਾ ਵੀ 1 ਰਾਤ ਤੂੰ ਸੋਚ ਸਕਦੀ ਹੈ, ਆਪਣਾ ਫੈਸਲਾ ਬਦਲ ਸਕਦੀ ਹੈ। ਹੁਣ ਜਦੋਂ 1 ਰਾਤ ਦਾ ਸਮਾਂ ਦਿੱਤਾ, ਉਸ ਨੂੰ ਇੱਕ ਕਮਰੇ ਦੇ ਵਿੱਚ ਬੰਦ ਕਰ ਦਿੱਤਾ, ਉਸ ਨੂੰ ਇਕੱਲੀ ਨੂੰ, ਤੇ ਉਸ ਨੂੰ ਇਕੱਲਾਪਣ ਪ੍ਰਾਪਤ ਹੋ ਗਿਆ। ਉਸਨੇ ਗੁਰੂ ਦੇ ਅੱਗੇ ਅਰਦਾਸ ਕੀਤੀ ਵੀ ਸੱਚੇ ਪਾਤਸ਼ਾਹ, ਮੈਂ ਤੁਹਾਡੇ ਦਰ ਘਰ ਦੀ ਸੇਵਾਦਾਰ, ਬਾਣੀ ਨੂੰ ਪੜ੍ਹਨ ਵਾਲੀ, 5 ਕਕਾਰਾਂ ਨੂੰ ਮੈਂ ਆਪਣੇ ਤਨ ਦਾ ਸਿੰਗਾਰ ਬਣਾਇਆ ਹੋਇਆ ਹੈ। ਤੁਹਾਡੀ ਬਾਣੀ ਦੇ ਵਿੱਚ ਇਹ ਲਿਖਿਆ ਵੀ ਮਨੁੱਖ ਨੂੰ ਆਤਮ ਹੱਤਿਆ ਨਹੀਂ ਕਰਨੀ ਚਾਹੀਦੀ, ਆਤਮ ਘਾਤੀ ਹੈ ਜਗਤ ਕਸਾਈ। ਅੱਜ ਤਾਂ ਜੇਕਰ ਵੇਖਿਆ ਜਾਵੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਹੈ ਵੀ ਮਨ ਕਰਕੇ ਅਸੀਂ ਇੰਨੇ ਕਮਜ਼ੋਰ ਹੋ ਗਏ ਹਾਂ, ਥੋੜ੍ਹਾ ਜਿਹਾ ਕੋਈ ਘਾਟਾ ਪੈ ਗਿਆ, ਨੁਕਸਾਨ ਹੋ ਗਿਆ, ਕੋਈ ਪ੍ਰੋਬਲਮ ਆ ਗਈ, ਮਿੰਟ ਲਾਉਣੇ ਆ ਆਤਮ ਹੱਤਿਆ ਕਰਨ ਲੱਗੇ ਹਾਂ। ਇਹਦਾ ਮਤਲਬ ਕੀ ਹੈ ਵੀ ਸਾਡੇ ਮਨ ਬਹੁਤ ਕਮਜ਼ੋਰ ਹੋ ਗਏ ਆ। ਕਮਜ਼ੋਰ ਹੋਣੇ ਵੀ ਚਾਹੀਦੇ ਹੈ। ਅਸੀਂ ਕਿਹੜਾ ਗੁਰੂ ਦੀ ਬਾਣੀ ਦਾ ਆਸਰਾ ਤੱਕਦੇ ਹਾਂ? ਸਾਚਾ ਨਾਮ ਮੇਰਾ ਆਧਾਰੋ, ਜਿਨ੍ਹਾਂ ਨੇ ਅਕਾਲ ਪੁਰਖ ਦੇ ਨਾਮ ਨੂੰ ਆਪਣਾ ਆਸਰਾ ਬਣਾਇਆ ਹੋਇਆ, ਉਹ ਬੰਦਾ ਤਾਂ ਆਤਮ ਹੱਤਿਆ ਕਰ ਹੀ ਨਹੀਂ ਸਕਦਾ, ਬੰਦ ਕਟਵਾ ਸਕਦਾ, ਆਤਮ ਹੱਤਿਆ ਨਹੀਂ ਕਰੇਗਾ। ਤੇ ਜਦੋਂ ਹੁਣ ਅਸੀਂ ਬਾਣੀ ਦਾ ਆਸਰਾ ਕੋਈ ਨਹੀਂ ਲੈਂਦੇ, ਬਾਣੀ ਨੂੰ ਵਿਚਾਰਦੇ ਕੋਈ ਨਹੀਂ, ਪੜ੍ਹਦੇ ਕੋਈ ਨਹੀਂ, ਸਾਡੇ ਤਾਂ ਗਾਣੀ ਇਹੋ ਜਿਹੇ ਕਦੇ ਠੇਕਿਆਂ 'ਤੇ ਕਿਤੇ ਠਾਣਿਆਂ 'ਤੇ, ਤੇ ਫਿਰ ਜਦੋਂ ਕੋਈ ਪ੍ਰੋਬਲਮ ਆਉਂਦੀ ਆਤਮ ਹੱਤਿਆ ਹੀ ਕਰਨੀ ਹੈ, ਅਸੀਂ ਹੋਰ ਕੀ ਕਰਾਂਗੇ? ਮਨ ਕਰਕੇ ਕਮਜ਼ੋਰ ਹੋ ਗਏ ਆ ਨਾ। ਗੁਰਬਾਣੀ ਦੇ ਵਿੱਚ ਤਾਂ ਗੁਰੂ ਸਾਹਿਬਾਨ ਨੇ ਇਸ ਤਰ੍ਹਾਂ ਦਾ ਸਿਧਾਂਤ ਬਖਸ਼ਿਸ਼ ਕੀਤਾ ਵੀ ਮਨੁੱਖ ਨੇ ਆਪਣੀ ਜ਼ਿੰਦਗੀ ਆਪ ਨਹੀਂ ਖਤਮ ਕਰਨੀ। ਜੋ ਪ੍ਰੋਬਲਮ, ਕੋਈ ਨੁਕਸਾਨ ਹੋ ਗਿਆ, ਘਾਟਾ ਪੈ ਗਿਆ, ਸੋਚਣਾ ਚਾਹੀਦਾ ਚੰਗੇ ਮਾੜੇ ਦਿਨ ਆਉਂਦੇ ਜਾਂਦੇ ਰਹਿੰਦੇ ਆ, ਇੱਕੋ ਜਿਹੇ ਹਾਲਾਤ ਨਹੀਂ ਰਹਿੰਦੇ ਕਦੇ ਵੀ, ਤੇ ਮੁਕਾਬਲਾ ਕਰਨਾ ਚਾਹੀਦਾ। ਤੇ ਮਨ ਕਰਕੇ ਇੰਨੇ ਕਮਜ਼ੋਰ ਹੋ ਗਏ ਆ ਵੀ ਹੁਣ ਤਾਂ ਅਖਬਾਰਾਂ ਦੇ ਵਿੱਚ, ਮੀਡੀਆ ਦੇ ਵਿੱਚ ਖਬਰ ਹੀ ਇਹੋ ਜਿਹੀਆਂ ਆਉਂਦੀਆਂ, ਆਤਮ ਹੱਤਿਆ ਕਰ ਲਈ ਹੈ ਨਾ। ਘਰਾਂ ਦੇ ਵਿੱਚ ਥੋੜ੍ਹੀ ਲੜਾਈ ਝਗੜੇ ਕਲੇਸ਼ ਤੋਂ ਕਈ ਬੰਦੇ ਆਤਮ ਹੱਤਿਆ ਕਰ ਜਾਂਦੇ ਆ। ਨੌਜਵਾਨ ਬੱਚੇ ਆਤਮ ਹੱਤਿਆ ਕਰ ਰਹੇ ਆ। ਘਰ ਦੇ ਵਿੱਚ ਜੇ ਥੋੜ੍ਹਾ ਜਿਹਾ ਝਿੜਕਤਾ ਆਤਮ ਹੱਤਿਆ ਕਰ ਲਈ। ਮਨ ਕਿੰਨਾ ਕਮਜ਼ੋਰ ਹੋ ਗਿਆ। ਕਿਉਂ ਹੋ ਗਿਆ? ਕਿਉਂਕਿ ਬਾਣੀ ਦਾ ਆਸਰਾ ਨਹੀਂ ਸਾਡੇ ਕੋਲ, ਬਾਣੀ ਦਾ ਸਹਾਰਾ ਹੀ ਨਹੀਂ ਲਿਆ, ਤੇ ਸੁਣਿਆ ਅਤੇ ਪੜ੍ਹਿਆ ਉਹ ਕੁਝ ਜਿਹੜਾ ਮਨ ਨੂੰ ਕਮਜ਼ੋਰ ਕਰਦਾ। ਸੋ ਖੈਰ ਇਸ ਬੱਚੀ ਨੇ ਅਰਦਾਸ ਕੀਤੀ ਵੀ ਸੱਚੇ ਪਾਤਸ਼ਾਹ, ਤੁਹਾਡੀ ਬਾਣੀ ਦੇ ਵਿੱਚ ਜ਼ਿਕਰ ਹੈ ਵੀ ਆਤਮ ਹੱਤਿਆ ਨਹੀਂ ਕਰਨੀ ਚਾਹੀਦੀ,
ਪਰ ਮੇਰੇ ਸਾਹਮਣੇ ਹਾਲਾਤ ਕੁਝ ਇਸੇ ਤਰ੍ਹਾਂ ਦੇ ਹੀ ਬਣ ਗਏ ਹੈ, ਹੋਰ ਕੋਈ ਮੈਨੂੰ ਰਾਹ ਨਹੀਂ ਦਿਸ ਰਿਹਾ। 5 ਕਕਾਰ ਮੈਂ ਧਾਰਨ ਕੀਤੇ ਹੋਏ ਐ, ਬਾਣੀ ਨੂੰ ਪੜ੍ਹਿਆ ਵਿਚਾਰਿਆ, ਤੁਹਾਡੇ ਤੇ ਵਿਸ਼ਵਾਸ ਹੈ ਤੇ ਮੈਂ ਆਪਣੇ ਕਿਰਦਾਰ ਦੇ ਉੱਪਰ ਦਾਗ ਨਹੀਂ ਲੱਗਣ ਦੇ ਸਕਦੀ। ਜੇਕਰ ਮੈਂ ਸਵੇਰ ਤੱਕ ਜਿਉਂਦੀ ਰਹਿੰਦੀ ਹਾਂ, ਜੇ ਮੈਂ ਨਿਕਾਹ ਤੋਂ ਇਨਕਾਰ ਵੀ ਕਰ ਦਿੱਤਾ ਤੇ ਸ਼ੇਰ ਮੁਹੰਮਦ ਖਾਨ ਨੇ ਵੈਸੇ ਹੀ ਮੇਰੀ ਇੱਜ਼ਤ ਲੁੱਟ ਲੈਣੀ ਹੈ। ਤੇ ਜਦੋਂ ਇੱਕ ਔਰਤ ਦੀ ਇੱਜ਼ਤ ਦੇ ਉੱਪਰ ਦਾਗ ਲੱਗ ਜਾਵੇ, ਉਹਦੀ ਜ਼ਿੰਦਗੀ ਹੈ ਜਿਹੜੀ ਉਹ ਮੌਤ ਤੋਂ ਵੀ ਬਦਤਰ ਹੋ ਜਾਂਦੀ ਹੈ। ਇਸ ਕਰਕੇ ਮੈਂ ਆਪਣੇ ਆਪ ਨੂੰ ਖਤਮ ਕਰ ਰਹੀ ਹਾਂ। ਇਹਨੇ ਅਰਦਾਸ ਕਰਕੇ ਜੋ ਇਸ ਦੇ ਕੋਲ ਕਟਾਰ ਸੀ ਛੁਪਾਈ ਹੋਈ, ਜੋ ਹਥਿਆਰ ਸੀ, ਉਸ ਦੇ ਨਾਲ ਇਸ ਨੇ ਆਪਣੇ ਆਪ ਨੂੰ ਖਤਮ ਕਰ ਲਿਆ। ਸਵੇਰ ਦੇ ਸਮੇਂ ਜਦੋਂ ਸ਼ੇਰ ਮੁਹੰਮਦ ਖਾਨ ਨੇ ਆਪਣੀਆਂ ਨੌਕਰਾਣੀਆਂ ਭੇਜੀਆਂ ਵੀ ਜਾਓ ਉਹਨੂੰ ਪੁੱਛੋ ਉਹਦਾ ਕੀ ਫੈਸਲਾ ਹੈ, ਜਦੋਂ ਉਹ ਕਮਰੇ ਅੰਦਰ ਗਈਆਂ ਤੇ ਅੱਗੇ ਤਾਂ ਲਾਸ਼ ਹੀ ਪਈ ਹੈ ਅਨੂਪ ਕੌਰ ਦੀ। ਸ਼ੇਰ ਮੁਹੰਮਦ ਖਾਨ ਨੇ ਸੋਚਿਆ ਮਲੇਰ ਕੋਟਲੇ ਦੇ ਵਿੱਚ ਮੇਰੀ ਬਦਨਾਮੀ ਹੋ ਜਾਣੀ ਹੈ, ਮੇਰੇ ਭਾਈਚਾਰੇ ਦੇ ਵਿੱਚ ਵੀ ਇਸ ਨੇ ਇੱਕ ਨੌਜਵਾਨ ਲੜਕੀ ਜੋ ਕੁਆਰੀ ਹੈ ਉਸ ਦਾ ਕਤਲ ਕਰ ਦਿੱਤਾ ਹੈ ਜਾਂ ਉਹਦੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕੀਤੀ ਹੈ, ਵੀ ਬਹੁਤੀ ਬਦਨਾਮੀ ਹੋ ਜਾਣੀ ਹੈ। ਇਹਨੇ ਕੀ ਕੀਤਾ, ਇਸ ਡਰ ਦੇ ਮਾਰੇ ਨੇ ਅਨੂਪ ਕੌਰ ਨੂੰ ਆਪਣੇ ਮਹਿਲਾਂ ਦੇ ਵਿੱਚ ਹੀ ਦਫਨਾ ਦਿੱਤਾ, ਕਬਰ ਪੁੱਟ ਕੇ। ਹੁਣ ਬੰਦਾ ਸਿੰਘ ਬਹਾਦਰ ਨੂੰ ਜਦੋਂ ਇਸ ਘਟਨਾ ਦਾ ਪਤਾ ਲੱਗਿਆ, ਸਰਹਿੰਦ ਦੇ ਵਿੱਚ ਰਾਜ ਹੋ ਗਿਆ ਤੇ ਬੰਦਾ ਸਿੰਘ ਬਹਾਦਰ ਨੇ ਫਿਰ ਮਲੇਰਕੋਟਲੇ ਤੇ ਹਮਲਾ ਕੀਤਾ। ਹਮਲਾ ਕਰਨ ਤੋਂ ਬਾਅਦ ਜਿਹੜੇ ਉੱਥੇ ਪਾਪੀ ਬਿਰਤੀ ਦੇ ਕੁਝ ਇਨਸਾਨ ਸਨ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਤੇ ਅਨੂਪ ਕੌਰ ਦੀ ਕਬਰ ਨੂੰ ਲੱਭਣ ਦੀ ਖਾਤਰ ਵੀ ਉਹਦੀਆਂ ਜੋ ਹੱਡੀਆਂ ਨੇ ਹਨ ਉਹਨਾਂ ਦਾ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਸੰਸਕਾਰ ਕਰਨਾ, ਜੋ ਸਾਡਾ ਅਕੀਦਾ ਹੈਗਾ ਉਹਦੇ ਮੁਤਾਬਕ। ਇਸ ਭਾਵਨਾ ਨੂੰ ਮੁੱਖ ਰੱਖ ਕੇ ਉਹਨੇ ਫਿਰ ਕਈ ਕਬਰਾਂ ਖੁਦਵਾਈਆਂ। ਆਖਰ ਪਤਾ ਤਾਂ ਨਹੀਂ ਲੱਗ ਸਕਦਾ ਨਾ ਵੀ ਅਨੂਪ ਕੌਰ ਦੀ ਕਿਹੜੀ ਕਬਰ ਹੈ, ਜਿਵੇਂ ਉਸ ਨੂੰ ਪਤਾ ਲੱਗਦਾ ਕਿਸੇ ਤੋਂ ਵੀ ਆਹ ਆ ਉਹ ਕਬਰ ਖੁਦਵਾ ਲਈ ਜਾਂਦੀ ਹੈ ਨਾ, ਇਸ ਤਰ੍ਹਾਂ। ਵੈਸੇ ਮੈਂ ਬੇਨਤੀ ਕਰ ਦੇਵਾਂ, ਸਾਡੀ ਤਾਂ ਮਰਿਆਦਾ ਹੀ ਇਹ ਹੈ, ਭਾਵੇਂ ਅਸੀਂ ਕਿਸੇ ਨੂੰ ਦਫਨਾ ਦਈਏ, ਭਾਵੇਂ ਸੰਸਕਾਰ ਕਰ ਦਈਏ, ਭਾਵੇਂ ਪਾਣੀ ਵਿੱਚ ਬਹਾ ਦਿੱਤਾ ਜਾਵੇ, ਗੁਰੂ ਸਾਹਿਬਾਨ ਨੇ ਤਾਂ ਸਾਨੂੰ ਇਹ ਤੋਂ ਉੱਪਰ ਰੱਖਿਆ ਹੈਗਾ ਵੀ ਇਹ ਚੱਕਰ 'ਚ ਤਾਂ ਪੈਣੀ ਨਹੀਂ ਵੀ ਡੈੱਡ ਬੋਡੀ ਨੂੰ ਕਿਵੇਂ ਸਮੇਟਣਾ। ਜਦ ਕਿ ਹੋਰ ਮੱਤਾਂ ਦੇ ਵਿੱਚ ਇਸ ਗੱਲ ਨੂੰ ਬਹੁਤ ਹੀ ਵੱਡੀ ਪੱਧਰ 'ਤੇ ਲਿਆ ਜਾਂਦਾ ਵੀ ਮੁਸਲਮਾਨ ਹੈ ਉਹ ਕਦੇ ਵੀ ਸੰਸਕਾਰ ਨਹੀਂ ਕਰਦੇ, ਸਨਾਤਨ ਮੱਤ ਦੇ ਲੋਕ ਹੈ ਉਹ ਕਦੇ ਵੀ ਦਫਨਾਉਂਦੇ ਨਹੀਂ, ਵਧੀਆ ਨਹੀਂ ਸਮਝਿਆ ਜਾਂਦਾ। ਪਰ ਸਾਡੇ ਵਿੱਚ ਇਸ ਤਰ੍ਹਾਂ ਨਹੀਂ ਹੈ। ਅਸਲ ਦੇ ਵਿੱਚ ਬੰਦਾ ਸਿੰਘ ਬਹਾਦਰ ਅਨੂਪ ਕੌਰ ਦੀ ਆਤਮਾ ਨੂੰ ਇਹ ਵੀ ਦੱਸਣਾ ਚਾਹੁੰਦਾ ਸੀ ਵੀ ਜੇਕਰ ਤੁਸੀਂ ਸਿੱਖੀ ਨੂੰ ਅਪਣਾਇਆ, ਸਿੱਖੀ ਸਿਧਾਂਤਾਂ ਦੇ ਮੁਤਾਬਕ ਤੁਸੀਂ ਇਹ ਕੁਰਬਾਨੀ ਦਿੱਤੀ ਹੈ ਤੇ ਸਿੱਖੀ ਵੀ ਕਦੇ ਵੀ ਤੁਹਾਨੂੰ ਭੁਲਾਵੇਗੀ ਨਹੀਂ। ਇਸ ਕਰਕੇ ਉਹਦੀਆਂ ਜੋ ਹੱਡੀਆਂ ਸਨ ਉਹਨਾਂ ਨੂੰ ਬਾਹਰ ਕੱਢ ਕੇ ਉਹਨਾਂ ਦਾ ਸੰਸਕਾਰ ਕੀਤਾ ਗਿਆ। ਹੁਣ ਗੱਲ ਸਾਰੀ ਘਟਨਾ ਤਾਂ ਇਹ ਹੈ, ਪਰ ਕਾਫੀ ਖਾਨ ਨੇ ਕੀ ਲਿਖਤਾ ਵੀ ਬੰਦਾ ਸਿੰਘ ਬਹਾਦਰ ਬਹੁਤ ਦਰਿੰਦਗੀ ਭਰਿਆ ਮਨੁੱਖ ਸੀ। ਉਹਨੇ ਇੰਨੀ ਨਫ਼ਰਤ ਸੀ ਉਹਦੇ ਮਨ ਦੇ ਵਿੱਚ ਮੁਗਲਾਂ ਦੇ ਪ੍ਰਤੀ ਵੀ ਉਹਨੇ ਕਬਰਾਂ ਵੀ ਖੁਦਵਾ ਦਿੱਤੀਆਂ, ਹੱਡੀਆਂ ਰੋਲ ਦਿੱਤੀਆਂ, ਹੈ ਨਾ। ਇਹ ਇਤਿਹਾਸ ਦੇ ਵਿੱਚ ਇੱਕ ਨੈਗੇਟਿਵ ਪੱਖ ਹੈਗਾ। ਹੁਣ ਆਹ ਘਟਨਾ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਵੀ ਅਨੂਪ ਕੌਰ ਦੀ ਕਬਰ ਨੂੰ ਲੱਭਿਆ ਗਿਆ ਉਹਦੇ ਮਹਿਲਾਂ ਦੇ ਵਿੱਚ, ਤਾਂ ਕਬਰਾਂ ਖੁਦਵਾਈਆਂ ਉਸਨੇ 1-2। ਬੰਦਾ ਸਿੰਘ ਬਹਾਦਰ ਦਾ ਜੇ ਜੀਵਨ ਪੜ੍ਹ ਕੇ ਵੇਖੀਏ ਨਾ ਤੇ ਬਹੁਤ ਉੱਚ ਕੋਟੀ ਦਾ ਜੀਵਨ ਹੈ। ਇੱਕ ਵੀ ਇਤਿਹਾਸ ਦੇ ਵਿੱਚ ਉਹਨੇ ਗਲਤੀ ਨਹੀਂ ਕੀਤੀ, ਗੁਰੂ ਦੇ ਉੱਪਰ ਇੰਨਾ ਵਿਸ਼ਵਾਸ ਰੱਖਿਆ ਉਸਨੇ। ਕੋਈ ਮੁਸਲਮਾਨ ਇਸਲਾਮ ਮਤ ਦੇ ਨਾਲ ਜਿਹੜੇ ਸੰਬੰਧ ਰੱਖਦੇ ਧਾਰਮਿਕ ਸਥਾਨ, ਕਿਸੇ ਦੀ ਬੇਅਦਬੀ ਨਹੀਂ ਹੋਈ ਬੰਦਾ ਸਿੰਘ ਬਹਾਦਰ ਦੇ ਟਾਈਮ ਦੇ ਵਿੱਚ। ਜਿੱਥੇ ਉਹਨੇ ਸਰਹਿੰਦ ਨੂੰ ਹੋਰ ਉਜਾੜਿਆ ਹੈਗਾ, ਧਾਰਮਿਕ ਅਸਥਾਨਾਂ ਨੂੰ ਵੀ ਉਜਾੜ ਸਕਦੇ ਸਨ, ਅੱਗਾਂ ਲਾ ਸਕਦੇ ਸਨ, ਲੁੱਟ ਸਕਦੇ ਸਨ, ਪਰ ਨਾ, ਬਿਲਕੁਲ ਵੀ ਨਹੀਂ। ਸਿੱਖੀ ਸਿਧਾਂਤਾਂ ਦੇ ਮੁਤਾਬਕ ਇਹ ਸਹੀ ਗੱਲ ਨਹੀਂ ਹੈ।
ਤੇ ਬੰਦਾ ਸਿੰਘ ਬਹਾਦਰ ਨੇ ਸਜ਼ਾਵਾਂ ਵੀ ਉਹਨਾਂ ਨੂੰ ਦਿੱਤੀਆਂ ਜਿਨ੍ਹਾਂ ਨੇ ਜ਼ੁਲਮ ਕੀਤੇ ਹੋਏ ਸਨ। ਹੋਰ ਕਿਸੇ ਪਰਜਾ ਨੂੰ, ਕਿਸੇ ਮੁਸਲਮਾਨ ਨੂੰ, ਕਿਸੇ ਮੁਸਲਮਾਨ ਪਰਿਵਾਰ ਨੂੰ ਕੋਈ ਸਜ਼ਾ ਨਹੀਂ ਦਿੱਤੀ ਗਈ, ਕਿਸੇ ਦਾ ਕੋਈ ਕਤਲ ਨਹੀਂ ਕੀਤਾ ਗਿਆ। ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਹੈ ਬੰਦਾ ਸਿੰਘ ਬਹਾਦਰ ਦੇ ਇਤਿਹਾਸ ਦੇ ਵਿੱਚ। ਮੈਂ ਤੁਹਾਡੇ ਨਾਲ ਇੱਕ ਦੋ ਘਟਨਾਵਾਂ ਦਾ ਜ਼ਿਕਰ ਕਰਦਾ। ਜਦੋਂ ਅਸੀਂ ਫਤਿਹਗੜ੍ਹ ਸਾਹਿਬ ਜਾਂਦੇ ਹਾਂ, ਜਿੱਥੇ ਬੱਚਿਆਂ ਨੂੰ ਚਿਣਿਆ ਗਿਆ ਨੀਹਾਂ ਦੇ ਵਿੱਚ, ਉਸ ਗੁਰਦੁਆਰੇ 'ਚ ਜਾਂਦੇ ਹਾਂ ਨਾ, ਉੱਥੇ ਆਲੇ ਦੁਆਲੇ ਨਜ਼ਰ ਮਾਰ ਕੇ ਵੇਖਣਾ, ਅਸੀਂ ਧਿਆਨ ਨਹੀਂ ਦਿੰਦੇ। ਉੱਥੇ ਇੱਕ ਨਾ ਮਕਬਰ ਹੈ, ਸ਼ੇਖ ਅਹਿਮਦ ਸਰਹੰਦੀ ਦਾ ਮਕਬਰ ਹੈ। ਨੇੜੇ ਹੀ ਉਸ ਗੁਰਦੁਆਰੇ ਤੋਂ ਹੀ ਦਿਸ ਜਾਂਦਾ, ਸਾਹਮਣੇ ਹੀ ਹੈ ਮਕਬਰਾ, ਥੋੜ੍ਹੀ ਜਿਹੀ ਦੂਰੀ 'ਤੇ। ਇਹ ਸ਼ੇਖ ਅਹਿਮਦ ਸਰਹੰਦੀ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕਰਵਾਉਣ ਦੇ ਵਿੱਚ ਇਹਦਾ ਬਹੁਤ ਵੱਡਾ ਰੋਲ ਹੈ। ਉਹ ਮਕਬਰਾ ਅੱਜ ਵੀ ਉਸੇ ਤਰ੍ਹਾਂ ਹੀ ਮੌਜੂਦ ਹੈ। ਬਹੁਤ ਲੰਬੇਰੇ ਸਮੇਂ ਦਾ ਬਣਿਆ ਹੋਇਆ, ਬੰਦਾ ਸਿੰਘ ਬਹਾਦਰ ਤੋਂ ਪਹਿਲਾਂ ਦਾ ਬਣਿਆ ਹੋਇਆ। ਉਹ ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ਹੋਇਆ ਹੈਗਾ ਸ਼ੇਖ ਅਹਿਮਦ ਸਰਹੰਦੀ। ਉਸ ਤੋਂ ਬਾਅਦ ਉਹ ਮਕਬਰਾ ਬਣਿਆ। ਬੰਦਾ ਸਿੰਘ ਬਹਾਦਰ ਨੇ ਉਸ ਦੇ ਮਕਬਰੇ ਨਾਲ ਕੋਈ ਛੇੜਛਾੜ ਨਹੀਂ ਕੀਤੀ, ਨਹੀਂ ਤਾਂ ਉਸ ਨੂੰ ਢਾਹ ਸਕਦੇ ਸਨ ਵੀ ਇਹ ਤਾਂ ਉਸ ਬੰਦੇ ਦਾ ਮਕਬਰਾ ਹੈ ਜਿਹਨੇ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕਰਵਾਇਆ। ਬਿਲਕੁਲ ਨਹੀਂ। ਇੱਕ ਫਤਿਹਗੜ੍ਹ ਸਾਹਿਬ ਮੀਰਾ ਮੀਰ ਨਾਮ ਦਾ ਵਿਅਕਤੀ ਹੋਇਆ। ਇਹ ਬਹਿਲੋਲ ਲੋਧੀ ਦਾ ਜਵਾਈ ਸੀ, ਤੇ ਬਹਿਲੋਲ ਲੋਧੀ ਹੋਇਆ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਬਾਦਸ਼ਾਹ ਇੱਥੋਂ ਦਾ। ਬਹਿਲੋਲ ਲੋਧੀ ਦਾ ਜਵਾਈ ਸੀ। ਬਹਿਲੋਲ ਲੋਧੀ ਦਾ ਜਿਹੜਾ ਰਾਜ ਹੈ ਉਹ ਬਾਬਰ ਨੇ ਖਤਮ ਕੀਤਾ ਸੀ। ਮੁਗਲਾਂ ਦਾ ਰਾਜ ਬਾਬਰ ਵੇਲੇ ਆਇਆ। ਬਾਬਰ ਨੇ ਹਮਲਾ ਕੀਤਾ ਨਾ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ, ਗੁਰਬਾਣੀ ਦੇ ਵਿੱਚ ਜ਼ਿਕਰ ਆਉਂਦਾ। ਬਹਿਲੋਲ ਲੋਧੀ ਦੇ ਜਵਾਈ ਦਾ ਮਕਬਰਾ ਮੀਰਾ ਮੀਰ ਦਾ, ਉਹ ਵੀ ਅੱਜ ਉਸੇ ਤਰ੍ਹਾਂ ਅੱਜ ਵੀ ਖੜਾ ਹੈ। ਬਹੁਤ ਪੁਰਾਣੀ ਇਮਾਰਤ ਹੈ। ਉਹ ਵੱਖਰੀ ਗੱਲ ਹੈ ਵੀ ਜਿਹੜੇ ਉਸ ਮੱਤ ਦੇ ਲੋਕ ਆ ਉਹਨਾਂ ਨੇ ਉਹਦੀ ਸੰਭਾਲ ਨਹੀਂ ਕੀਤੀ। ਭਗਤ ਸਦਨਾ ਜੀ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ, ਉਹਨਾਂ ਦੇ ਨਾਮ ਦੀ ਮਸਜਿਦ ਹੈ ਸਰਹਿੰਦ ਦੇ ਵਿੱਚ, ਬਹੁਤ ਪੁਰਾਣੀ ਹੈ, ਅੱਜ ਵੀ ਹੈ, ਦੇਖਣ ਯੋਗ ਹੈ। ਇਹ ਪੁਰਾਣੀਆਂ ਇਮਾਰਤਾਂ ਨੇ, ਇਤਿਹਾਸ ਨਾਲ ਸੰਬੰਧ ਰੱਖਦੀਆਂ। ਜਦੋਂ ਅਸੀਂ ਸਰਹਿੰਦ ਜਾਂਦੇ ਹਾਂ, ਜਿੱਥੇ ਅਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਾਂ, ਉੱਥੇ ਇਹਨਾਂ ਦੇ ਦਰਸ਼ਨ ਵੀ ਕਰ ਸਕਦੇ ਹਾਂ, ਵੇਖ ਸਕਦੇ ਹਾਂ। ਸੋ ਖੈਰ, ਇਹ ਮੈਂ ਜ਼ਿਕਰ ਤਾਂ ਕੀਤਾ ਵੀ ਬੰਦਾ ਸਿੰਘ ਬਹਾਦਰ ਨੇ ਕੋਈ ਗਲਤ ਕਰਮ ਨਹੀਂ ਕੀਤਾ, ਕੋਈ ਦਰਿੰਦਗੀ ਭਰੀ ਉਹਦੀ ਬਿਰਤੀ ਨਹੀਂ ਸੀ ਜਿਵੇਂ ਇਤਿਹਾਸ ਦੇ ਵਿੱਚ ਉਹਨੂੰ ਬਣਾ ਕੇ ਪੇਸ਼ ਕੀਤਾ ਗਿਆ। ਸੋ ਖੈਰ, ਹੁਣ ਬਾਬਾ ਬੰਦਾ ਸਿੰਘ ਬਹਾਦਰ ਦੀ ਕਰਨੀ ਨੂੰ ਵੇਖ ਰਹੇ ਆ ਲੋਕ, ਸਿੱਖਾਂ ਦੇ ਜੀਵਨ ਨੂੰ ਵੇਖ ਰਹੇ ਆ। ਇੱਕ ਹੁੰਦੀ ਹੈ ਕਰਨੀ, ਇੱਕ ਹੁੰਦੀ ਹੈ ਕਥਨੀ, ਵੀ ਜ਼ੁਬਾਨ ਤੋਂ ਕੇਵਲ ਚੰਗੀਆਂ ਗੱਲਾਂ ਕਰਨੀਆਂ, ਇੱਕ ਜੀਵਨ ਵਿੱਚ ਵੀ ਚੰਗੇਰਾਪਣ ਹੋਣਾ। ਹੁਣ ਬੰਦਾ ਸਿੰਘ ਬਹਾਦਰ ਦੇ ਰਾਜ ਤੋਂ ਨਾ ਜਿਹੜੇ ਆਮ ਮੁਸਲਮਾਨ ਵੀਰ ਹੈ ਜਾਂ ਸਨਾਤਨ ਮੱਤ ਦੇ ਵੀਰ ਹੈ, ਉਹ ਬਹੁਤ ਪ੍ਰਭਾਵਿਤ ਹੁੰਦੇ ਆ ਵੀ ਬੜਾ ਨੇਕ ਬੰਦਾ ਹੈ ਨਾ। ਕਰਨੀ ਤੋਂ ਪ੍ਰਭਾਵਿਤ ਹੋ ਕੇ ਦੋ ਮੁਸਲਮਾਨ ਜਿਨ੍ਹਾਂ ਦੇ ਨਾਮ ਹੈ, ਇੱਕ ਦਾ ਨਾਮ ਨਸੀਰੂਦੀਨ ਹੈ, ਉਹ ਤਾਂ ਖੰਡੇ ਕੀ ਪਹੁਲ ਛਕ ਕੇ ਨਾਸਰ ਸਿੰਘ ਬਣ ਜਾਂਦਾ। ਇੱਕ ਦੀਨਦਾਰ ਹੈ, ਮੁਸਲਮਾਨ ਹੈ, ਉਹ ਦੀਨਦਾਰ ਸਿੰਘ ਬਣ ਜਾਂਦਾ। ਇਤਿਹਾਸ ਵਿੱਚ ਉਹਦਾ ਨਾਮ ਦੀਨਾ ਸਿੰਘ ਵੀ ਆਉਂਦਾ। ਮੁਸਲਮਾਨ ਵੀਰ ਬੰਦਾ ਸਿੰਘ ਬਹਾਦਰ ਦੇ ਅਤੇ ਸਿੱਖਾਂ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਸਿੱਖ ਬਣ ਰਹੇ ਹੈ। ਆਪਣੇ ਮਤ ਦਾ ਤਿਆਗ ਕਰਕੇ ਖੰਡੇ ਕੀ ਪਹੁਲ ਛਕ ਰਹੇ ਹੈ। ਜਦੋਂ ਇਸ ਘਟਨਾ ਦਾ ਪਤਾ ਜੋ ਜਲਾਲਾਬਾਦ ਦਾ ਰਹਿਣ ਵਾਲਾ ਇੱਕ ਹਾਕਮ ਜਲਾਲੂਦੀਨ, ਉਸ ਨੂੰ ਪਤਾ ਚੱਲਦਾ ਨਾ ਵੀ ਮੇਰੇ ਮਤ ਦੇ ਲੋਕ ਖੰਡੇ ਕੀ ਪਹੁਲ ਛਕ ਰਹੇ ਹੈ, ਤੇ ਉਹ ਬੜਾ ਕਰੋਧੀ ਹੁੰਦਾ, ਤੇ ਉਹ ਇਹਨਾਂ ਦੋਨਾਂ ਮੁਸਲਮਾਨ ਵੀਰਾਂ ਨੂੰ ਜਿਹੜੇ ਸਿੱਖ ਬਣੇ ਹੈ, ਇਹਨਾਂ ਨੂੰ ਕੈਦੀ ਬਣਾ ਲੈਂਦਾ, ਇਹਨਾਂ ਨੂੰ ਤੰਗ ਪਰੇਸ਼ਾਨ ਕਰਦਾ, ਤਸੀਹੇ ਦਿੰਦਾ ਵੀ ਤੁਸੀਂ ਇਸਲਾਮ ਮਤ ਨੂੰ ਕਿਉਂ ਤਿਆਗਿਆ, ਦੁਸ਼ਮਣਾਂ ਦਾ ਮਤ ਕਿਉਂ ਅਪਣਾ ਲਿਆ।
ਹੁਣ ਜਦੋਂ ਤਸੀਹੇ ਦਿੱਤੇ ਜਾਂਦੇ ਹੈ, ਜਿਹੜੇ ਪਿੰਡ ਦੇ ਮੋਹਤਵਰ ਲੋਕ ਹੈ, ਸਿਆਣੇ ਲੋਕ ਹੈ, ਜਿਹੜੇ ਤੰਗ ਨੇ ਜਲਾਲੂਦੀਨ ਤੋਂ, ਕੋਈ ਸਨਾਤਨ ਮੱਤ ਦੇ ਵੀਰ, ਉਹ ਸਾਰੇ ਰਲ ਕੇ ਨਾ ਬੰਦਾ ਸਿੰਘ ਬਹਾਦਰ ਦੇ ਕੋਲ ਆ ਕੇ ਬੇਨਤੀ ਕਰਦੇ ਆ ਵੀ ਸਾਡੇ ਇਲਾਕੇ ਦਾ ਜਿਹੜਾ ਹਾਕਮ ਹੈ ਨਾ ਜਲਾਲੂਦੀਨ, ਉਹ ਬਹੁਤ ਤੰਗ ਪਰੇਸ਼ਾਨ ਕਰਦਾ ਹੈ, ਬੜਾ ਜ਼ਾਲਮ ਹਾਕਮ ਹੈ, ਤੇ ਉਸ ਨੇ ਨਾਸਰ ਸਿੰਘ ਤੇ ਦੀਨਾ ਸਿੰਘ ਨੂੰ ਵੀ ਬੰਦੀ ਬਣਾ ਕੇ ਰੱਖਿਆ ਹੋਇਆ ਵੀ ਤੁਸੀਂ ਖੰਡੇ ਕੀ ਪਹੁਲ ਕਿਉਂ ਛਕੀ ਹੈ। ਬੰਦਾ ਸਿੰਘ ਬਹਾਦਰ ਨੂੰ ਜਦੋਂ ਇਸ ਘਟਨਾ ਦਾ ਪਤਾ ਚੱਲਦਾ, ਬੰਦਾ ਸਿੰਘ ਬਹਾਦਰ ਜਲਾਲਾਬਾਦ ਤੇ ਹਮਲਾ ਕਰਦਾ ਹੈ। ਜਲਾਲਾਬਾਦ ਤੇ ਹਮਲਾ ਕਰਕੇ ਇਹਨਾਂ ਸਿੱਖਾਂ ਨੂੰ ਰਿਹਾ ਕਰਵਾਇਆ ਜਾਂਦਾ ਹੈ, ਜਲਾਲੂਦੀਨ ਨੂੰ ਸਜ਼ਾ ਦਿੱਤੀ ਜਾਂਦੀ ਹੈ ਉਹਦੇ ਗੁਨਾਹਾਂ ਦੀ, ਤੇ ਇੱਥੋਂ ਦਾ ਜਿਹੜਾ ਮੁਖੀ ਹੈ ਉਹ ਗੁਰਬਖਸ਼ ਸਿੰਘ ਨੂੰ ਬਣਾ ਦਿੱਤਾ ਜਾਂਦਾ ਹੈ। ਤੇ ਇੱਥੇ ਹੀ ਇੱਕ ਨੇੜੇ ਇਲਾਕਾ ਬੁੜੀਆ, ਛੋਟਾ ਜਿਹਾ ਇਲਾਕਾ, ਉਸ ਦੇ ਉੱਪਰ ਹਮਲਾ ਕਰਕੇ ਉੱਥੋਂ ਦੇ ਹਾਕਮਾਂ ਨੂੰ ਵੀ ਸਜ਼ਾਵਾਂ ਦਿੱਤੀਆਂ ਜਾਂਦੀਆਂ। ਉੱਥੋਂ ਦਾ ਜਿਹੜਾ ਮੁਖੀ ਆ ਉਹ ਗੁਰਬਖਸ਼ ਸਿੰਘ ਬਣਾਇਆ ਜਾਂਦਾ, ਤੇ ਇੱਥੋਂ ਦਾ ਜੋ ਜਲਾਲਾਬਾਦ ਦਾ ਇਲਾਕਾ ਹੈ, ਇੱਥੋਂ ਦਾ ਮੁਖੀ ਹੈ ਜਿਹੜਾ ਉਹ ਨਾਸਰ ਸਿੰਘ ਨੂੰ ਬਣਾਇਆ ਜਾਂਦਾ। ਇਸ ਤਰ੍ਹਾਂ ਜਿਹੜਾ ਬੰਦਾ ਸਿੰਘ ਬਹਾਦਰ ਹੈ ਉਸਨੇ ਸਰਹਿੰਦ ਤੇ ਆਪਣਾ ਰਾਜ ਕਾਇਮ ਕੀਤਾ। ਇਹ ਬਾਕੀ ਦੇ ਇਲਾਕੇ ਜਿੱਤੇ। ਮਲੇਰਕੋਟਲੇ ਦੇ ਵਿੱਚ ਅਨੂਪ ਕੌਰ ਦੀ ਕਬਰ ਨੂੰ ਲੱਭ ਕੇ ਉਹਦੀਆਂ ਜੋ ਬਾਕੀ ਬਚਦੀਆਂ ਹੱਡੀਆਂ ਹਨ ਉਹਨਾਂ ਦਾ ਸੰਸਕਾਰ ਕੀਤਾ ਗਿਆ। ਜਲਾਲਾਬਾਦ ਦੇ ਇਲਾਕੇ ਨੂੰ ਜਿੱਤਿਆ ਗਿਆ ਤੇ ਇਸ ਬੁੜੀਆ ਦੇ ਇਲਾਕੇ ਨੂੰ ਜਿੱਤਿਆ ਗਿਆ, ਤੇ ਬੰਦਾ ਸਿੰਘ ਬਹਾਦਰ ਨੇ ਲੋਹਗੜ੍ਹ ਨੂੰ ਆਪਣੀ ਰਾਜਧਾਨੀ ਬਣਾਇਆ ਤੇ ਸਰਹਿੰਦ ਨੂੰ ਛੱਡ ਕੇ ਲੋਹਗੜ੍ਹ ਦੇ ਕਿਲੇ ਦੇ ਵਿੱਚ ਚਲਿਆ ਗਿਆ ਬੰਦਾ ਸਿੰਘ ਬਹਾਦਰ। ਉਸ ਤੋਂ ਅਗਲੀ ਵਿਚਾਰ ਆਪਾਂ ਕੱਲ੍ਹ ਨੂੰ ਵਿਚਾਰਾਂਗੇ। ਆਪ ਸਰਬੱਤ ਸੰਗਤਾਂ ਦਾ ਗੁਰਦੁਆਰਾ ਸਾਹਿਬ ਆਉਣ 'ਤੇ ਬਹੁਤ ਬਹੁਤ ਧੰਨਵਾਦ ਹੈ ਜੀ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।